ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਮਨ ਜੋੜਨਾ ਕਰੀਏ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਵੇ। ਇਹ ਮਨ ਸਾਡਾ ਵੱਸ ਵਿੱਚ ਨਹੀਂ ਆ ਰਿਹਾ। ਬੜਾ ਯਤਨ ਕਰੀਦਾ ਹੈ, ਬੜੀਆਂ ਐਫਰਟ ਕੋਸ਼ਿਸ਼ਾਂ ਕਰੀਦੀਆਂ ਹਨ। ਇਹ ਮਨ ਕਾਬੂ ਆ ਜਾਵੇ, ਬੇਕਾਬੂ ਹੋਇਆ ਪਿਆ ਹੈ। ਬਚਪਨ ਵੀ ਲੰਘ ਗਿਆ, ਜਵਾਨੀ ਵੀ ਲੰਘ ਗਈ, ਬੁਢੇਪਾ ਵੀ ਆ ਕੇ ਮੱਲ ਕੇ ਬੈਠ ਗਿਆ, ਤਾਂ ਵੀ ਮਨ ਕਾਬੂ ਨਹੀਂ ਆ ਰਿਹਾ, ਕੰਟਰੋਲ ਵਿੱਚ ਨਹੀਂ ਆ ਰਿਹਾ, ਵਾਹਿਗੁਰੂ ਜੀ ਦੇ ਹੁਕਮ ਵਿੱਚ ਨਹੀਂ ਤੁਰ ਰਿਹਾ। ਬਿਰਧ ਅਵਸਥਾ ਹੈ ਤਾਂ ਵੀ ਗੁਰੂ ਦੇ ਹੁਕਮ ਵਿੱਚ ਨਹੀਂ ਚੱਲਦਾ। ਬਾਬਾ ਜੀ, ਬਾਬਾ ਫਰੀਦ ਜੀ ਨੇ ਗੁਰਬਾਣੀ ਵਿੱਚ ਫਰਮਾਇਆ ਹੈ, ਦੇਖ ਫਰੀਦਾ ਜੋਥੀਆ, ਦੇਖ ਤੇਰੇ ਨਾਲ ਕੀ ਹੋ ਗਿਆ ਹੈ, ਤੇਰੀ ਬੋਡੀ ਨਾਲ, ਤੇਰੀ ਦੇਹ ਨਾਲ, ਤੇਰੀ ਸ਼ਕਲ ਸੂਰਤ ਨਾਲ। ਦੇਖ ਫਰੀਦਾ ਜੇਥੀਆ, ਦਾੜੀ ਹੋਈ ਭੂਰ। ਤੇ ਬਾਬਾ ਜੀ ਹੁਕਮ ਕਰਦੇ ਹਨ, ਇਹਦਾ ਮਤਲਬ ਸਮਝ ਲੈ, ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਅੱਗੋਂ ਹੁਣ ਜਿਹੜਾ ਹੈ ਸਮਾਂ ਪਹੁੰਚਣ ਦਾ, ਉਹ ਨੇੜੇ ਆ ਗਿਆ ਹੈ। ਦਰਗਾਹ ਵਿੱਚ ਜਾਣ ਦਾ ਪਿੱਛਾ ਬਹੁਤ ਦੂਰ ਰਹਿ ਗਿਆ ਹੈ। ਜਦੋਂ ਤੂੰ ਜਨਮ ਲਿਆ ਸੀ, ਸਕੂਲਾਂ ਵਿੱਚ ਪੜ੍ਹਿਆ ਸੀ, ਮਾਂ ਪਿਓ ਨੇ ਪਾਲਿਆ ਸੀ, ਦੁੱਧ ਪਿਆਏ ਸਨ, ਤੇਰੀ ਸੇਵਾ ਕੀਤੀ ਸੀ, ਤੈਨੂੰ ਵੱਡਾ ਕੀਤਾ ਸੀ, ਤੂੰ ਜਵਾਨੀਆਂ ਹੰਢਾ ਲਈਆਂ। ਜਵਾਨੀਆਂ ਦੀਆਂ ਲਹਿਰਾਂ ਜਿਹੜੀਆਂ ਸੀ, ਉਹਨਾਂ ਵਿੱਚ ਆਪਣਾ ਜੀਵਨ ਬਤੀਤ ਕਰ ਦਿੱਤਾ, ਪਰਮੇਸ਼ਰ ਨੂੰ ਨਾ ਜਪਿਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਹ ਤਿੰਨੇ ਸਟੈਪ ਜਿਹੜੇ ਸਨ, ਅਵਸਥਾ ਜਿਹੜੀਆਂ ਸਨ, ਦੋ ਤੋਂ ਪਾਰ ਕਰ ਰਹੀਆਂ, ਹੁਣ ਤੀਜੀ ਵਿੱਚ ਪੈਰ ਧਰਿਆ ਹੋਇਆ ਹੈ। ਹੁਣ ਤੇ ਨਾਮ ਜਪ ਲੈ, ਹੁਣ ਤੇ ਸਿਮਰਨ ਕਰ ਲੈ, ਹੁਣ ਤੇ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਦਾਸ ਦੇ ਕੋਲ ਜਨਮ ਸਾਖੀ ਹੈ, ਭਾਈ ਸਾਹਿਬ ਜੀ, ਭਾਈ ਬਾਲਾ ਜੀ ਵਾਲੀ। ਧੰਨ ਧੰਨ ਗੁਰੂ ਪਹਿਲੇ ਪਾਤਸ਼ਾਹ ਵੱਡੇ ਬਾਬਾ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਵੇਂ ਜਿਵੇਂ ਭਾਈ ਬਾਲਾ ਜੀ ਜਿਹੜੇ ਸਤਿਗੁਰਾਂ ਦੇ ਸੀਸ ਤੇ ਚੌਰ ਕਰਿਆ ਕਰਦੇ ਸਨ, ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਪੁੱਛਿਆ ਕਰਦੇ ਸਨ, ਭਾਈ ਬਾਲਾ ਤੂੰ ਸਤਿਗੁਰਾਂ ਦੇ ਨਾਲ ਰਿਹਾ ਹੈ, ਮਰਦਾਨਾ ਵੀ ਨਾਲ ਰਿਹਾ ਹੈ, ਸਤਿਗੁਰਾਂ ਦੇ ਕੌਤਕ ਕੀ ਕੀ ਸਨ, ਕਿਵੇਂ ਕਿਵੇਂ ਦੁਨੀਆ ਦੇ ਜੀਵਾਂ ਨੂੰ ਉਹਨਾਂ ਨੇ ਵਾਹਿਗੁਰੂ ਜੀ ਦੇ ਨਾਲ, ਅਕਾਲ ਪੁਰਖ ਜੀ ਦੇ ਨਾਲ, ਖੁਦਾ ਦੇ ਨਾਲ ਜੋੜਿਆ ਹੈ। ਭਾਈ ਬਾਲਾ, ਜੋ ਜੋ ਤੂੰ ਦੇਖਿਆ ਹੈ ਉਹ ਸਾਨੂੰ ਦੱਸਣਾ ਕਰ। ਪੈੜਾ ਮੋਖਾ ਸੁਲਤਾਨਪੁਰ ਵਾਲੇ, ਜਿਨ੍ਹਾਂ ਨੇ ਜਨਮ ਪੱਤਰੀ ਗੁਰਮੁਖੀ ਵਿੱਚ ਟਰਾਂਸਲੇਟ ਕੀਤੀ ਸੀ, ਜੋ ਜੋ ਭਾਈ ਬਾਲਾ ਜੀ ਕਹਿੰਦੇ ਹਨ, ਉਹ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਰਵਣ ਕਰ ਰਹੇ ਹਨ, ਜਿਸ ਦਾ ਨਾਮ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ। ਦਾਸ ਪੱਟੀ ਵਿੱਚੋਂ ਕਥਾ ਕਰ ਰਿਹਾ ਹੈ। ਜਦੋਂ ਸਤਿਗੁਰੂ ਜੀ ਪੜ੍ਹਨੇ ਪਏ ਹਨ ਮੁੱਲਾਂ ਦੇ ਕੋਲ, ਕਿਉਂਕਿ ਉਹਨਾਂ ਜ਼ਮਾਨਿਆਂ ਵਿੱਚ ਲੋਕ ਆਪਣੇ ਬੱਚਿਆਂ ਨੂੰ ਇੰਝ ਹੀ ਪੜ੍ਹਾਇਆ ਕਰਦੇ ਸਨ। ਮਹਿਤਾ ਕਾਲੂ ਜੀ ਸਤਿਗੁਰਾਂ ਦੇ ਪਿਤਾ ਵੀ ਲੈ ਗਏ ਸਨ। ਉਹ ਮੁੱਲਾਂ ਵੀ ਆਖਣ ਲੱਗ ਪਿਆ ਸੀ ਮਹਿਤਾ ਜੀ ਨੂੰ, ਮਹਿਤਾ ਜੀ ਇਹ ਤੁਹਾਡੇ ਪੁੱਤਰ ਨਹੀਂ, ਤੁਹਾਡੇ ਘਰ ਖੁਦਾ ਪੁੱਤਰ
ਆਇਆ ਹੈ, ਇਹ ਖੁਦਾ ਹਨ। ਮੈਂ ਇਹਨਾਂ ਨੂੰ ਕੀ ਪੜ੍ਹਾਉਣਾ? ਇਹ ਭੁੱਲਿਆਂ ਹੋਇਆਂ ਨੂੰ, ਜਿਹੜੇ ਦੁਨੀਆ ਤੇ ਆ ਕੇ ਭੁੱਲ ਗਏ ਹਨ, ਉਹਨਾਂ ਨੂੰ ਉਹ ਪੜ੍ਹਾਈ ਕਰਾਉਣਗੇ ਜਿਨ੍ਹਾਂ ਦੇ ਨਾਲ, ਜਿਸ ਪੜ੍ਹਾਈ ਦੇ ਨਾਲ ਉਹਨਾਂ ਦਾ ਮਾਨਸ ਜਨਮ ਸਫਲਾ ਹੋ ਜਾਵੇਗਾ। ਸੋ ਦਾਸਰਾ ਪੱਟੀ ਪੜ੍ਹ ਰਿਹਾ ਹੈ। ਜੇ ਤੁਸਾਂ ਗੁਰਬਾਣੀ ਵਿੱਚੋਂ ਸ਼ਬਦ ਦੇ ਪੜ੍ਹਨਾ ਹੋਵੇ, ਪੱਟੀ ਲਿਖੀ ਤੇ 432 ਅੰਗ ਹੈ। ਹੁਣ 433 ਤੇ ਕਥਾ ਮੇਰਾ ਖਿਆਲ ਹੈ ਚੱਲ ਰਹੀ ਹੈ। ਕੱਲ ਆਪਾਂ ਪੜ੍ਹਿਆ ਸੀ, ਨੰਨੈ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਾਹੀਂ। ਅੱਖਰਾਂ ਦੁਆਰਾ ਵੀ ਗਿਆਨ ਮਿਲਦਾ ਹੈ। ਆ ਜਿੰਨੀ ਗੁਰਬਾਣੀ ਹੈ, ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ। ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਇਹ ਸਾਰੀ ਪੰਕਤੀ ਪੜ੍ਹਿਆ ਕਰੋ। ਜਪਜੀ ਸਾਹਿਬ ਜੀ ਦੇ ਵਿੱਚੋਂ ਇਹੋ ਅੱਖਰ ਤਿਨ ਆਖਿਆ। ਇਹ ਅੱਖਰ ਉਸ ਅਕਾਲ ਪੁਰਖ ਜੀ ਨੇ ਆਖਿਆ ਹੈ, ਜਿਸ ਨੂੰ ਆਖਿਆ ਜਾਂਦਾ ਹੈ ਧੁਰ ਕੀ ਬਾਣੀ। ਜਿਨ ਜਗਤ ਸਭ ਉਪਾਇਆ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ। ਚੌਹਾਂ ਖਾਣੀਆਂ ਦੇ ਜੀਵ ਜੰਤ, ਅੰਡਜ ਜੇਰਜ ਸੇਤਜ ਉਤਪੁਜ, ਇਹ ਸਾਰੇ ਪੈਦਾ ਕੀਤੇ ਹਨ। ਇਹ ਨਾਮ ਦਾ ਅੱਖਰ ਉਹਨਾਂ ਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਨੰਨ੍ਹੇ ਅੱਖਰ ਦੁਆਰਾ ਨੰਨ੍ਹਾ ਹੈ, ਅੱਗੇ ਫਿਰ ਨੰਨ੍ਹਾ ਹੈ, ਲਾਵਾਂ ਹਨ 2 ਵੋਵਲਸ। ਨੰਨ੍ਹੇ ਅੱਖਰ ਦੁਆਰਾ ਵੀ ਗਿਆਨ ਹੈ ਕਿ ਨੰਨ੍ਹੇ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਾਹੀਂ। ਇਹ ਅੱਖਰ ਵੀ ਬੋਲਦੇ ਹਨ। ਨੰਨ੍ਹਾ ਆਖਦਾ ਹੈ, ਬਿਨਾਂ ਵਾਹਿਗੁਰੂ ਤੋਂ ਮੈਂ ਦੇਖਦਾ ਹਾਂ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਇੱਕੋ ਹੀ ਵਾਹਿਗੁਰੂ ਜੀ ਹਨ, ਜੋ ਸਾਰਿਆਂ ਥਾਵਾਂ ਵਿੱਚ, ਸਭਨਾਂ ਦੇ ਵਿੱਚ ਵਸ ਰਹੇ ਹਨ। ਇੱਕੋ ਰੱਬ ਰਹਿਆ ਸਭ ਥਾਈਂ, ਏਕ ਵਸਿਆ ਮਨ ਮਾਹੀ। ਸਾਰਿਆਂ ਮਨਾਂ ਦੇ ਵਿੱਚ ਉਹਨਾਂ ਦਾ ਹੀ ਵਾਸਾ ਹੈ। ਅੱਗੋਂ ਟੈਂਕੇ ਦੀ ਕਥਾ ਆਈ ਸੀ, ਟੈ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਕੇ ਉੱਠ ਚੱਲਣਾ। ਕੀ ਪਤਾ ਘੜੀ ਹੈ ਕਿ ਮੋਹਤ ਹੈ। ਅੱਜ ਕੱਲ੍ਹ ਮਿੰਟ ਹੈ ਕਿ 2 ਮਿੰਟ ਹਨ, ਕੀ ਪਤਾ ਕਿੰਨਾ ਕੁ ਟਾਈਮ ਹੈ। ਉੱਠ ਕੇ ਚਲੇ ਜਾਣਾ ਹੈ। ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਸੱਦਾ ਆ ਗਿਆ, ਉਸ ਵੇਲੇ ਕੋਈ ਵੀ ਘੜੀ ਹੋਵੇ, ਕੋਈ ਵੀ ਮੋਹਤ ਹੋਵੇ, ਕੋਈ ਵੀ ਪਲ ਹੋਵੇ, ਕੋਈ ਵੀ ਟਾਈਮ ਹੋਵੇ, ਰਾਤ ਦਾ ਹੋਵੇ, ਦਿਨ ਦਾ ਹੋਵੇ, ਕੋਈ ਪਤਾ ਨਹੀਂ ਕਿਹੜਾ ਟਾਈਮ ਹੋਵੇ, ਉਸੇ ਵੇਲੇ ਉੱਠ ਕੇ ਚੱਲਣਾ ਪੈਣਾ ਹੈ। ਐਵੇਂ ਬੰਦਾ ਟੰਚ ਕਰਦਾ ਹੈ, ਟੰਟਿਆਂ ਵਿੱਚ ਪਿਆ ਹੋਇਆ ਹੈ, ਵਿਅਰਥ ਧੰਦਿਆਂ ਵਿੱਚ ਪਿਆ ਹੋਇਆ ਹੈ। ਧੰਦਿਆਂ ਵਿੱਚ ਪੈਣਾ ਮਾੜਾ ਨਹੀਂ, ਪਰ ਪਰਮੇਸ਼ਰ ਨਾ ਭੁੱਲੇ, ਨਹੀਂ ਤਾਂ ਕੁੱਲਾਂ ਤੱਕ ਧੰਦਿਆਂ ਵਿੱਚ ਹੀ ਇਹ ਬੰਦੇ ਫਸੇ ਰਹਿੰਦੇ ਹਨ। ਧੰਦੜੇ ਕੁੱਲਾਂ ਤੱਕ। ਜਿਹੜੀ ਵੀ ਅੱਗੇ ਤੋਂ ਅੱਗੇ ਜਨਰੇਸ਼ਨ ਹੈ, ਉਹ ਉਸ ਧੰਦੇ ਨੂੰ ਸੰਭਾਲੀ ਜਾਂਦੀ ਹੈ, ਪਰ ਨਾਮ ਕੋਈ ਭਾਗਾਂ ਵਾਲਾ ਜਪਦਾ ਹੈ। ਚਿੱਤ ਨਾ ਆਵੇ ਹੇਕੜੋ। ਹੇਕੜੋ ਕਹਿੰਦੇ ਹਨ, ਇੱਕ ਅਕਾਲ ਪੁਰਖ ਜੀ ਚਿੱਤ ਨਹੀਂ ਆਉਂਦੇ, ਬਾਕੀ ਧੰਦਿਆਂ ਵਿੱਚ ਮਨ ਖੁੱਭਿਆ ਰਹਿੰਦਾ ਹੈ। ਇਹ ਧੰਦਿਆਂ ਦੇ ਟੰਟੇ ਜਿਹੜੇ ਗਲ ਵਿੱਚ ਪਏ ਹੋਏ ਹਨ, ਟੰਚ, ਆ ਟੰਟੇ ਹੋਰ ਵੀ ਟੰਚ ਕਰਨੀ, ਟਾਂਚ ਕਰਨੀ, ਦੂਜਿਆਂ ਨੂੰ ਦੁਖੀ ਕਰਨਾ। ਸਤਿਗੁਰਾਂ ਨੇ ਬੜਾ ਸਮਝਾਇਆ ਹੈ। ਕੱਲ ਇਹ ਕਥਾ ਆਪ ਜੀ ਨੇ ਸਰਵਣ ਕਰ ਲਈ ਹੈ। ਨਾਮ ਜਪੋ, ਜੂਆ ਨਾ ਖੇਲੋ, ਐਸੇ ਕਰਮ ਕਦੀ ਨਾ ਕਰੋ ਜਿਹਦੇ ਵਿੱਚ ਜਨਮ ਜੂਏ ਵਾਂਗੂ ਹਾਰ ਜਾਈਏ। ਜੂਏ ਜਨਮ ਨਾ ਹਾਰੋ ਆਪਣਾ। ਕਿਉਂਕਿ ਜਿਵੇਂ ਜੁਆਰੀ ਸਭ ਕੁਝ ਹਾਰ ਜਾਂਦੇ ਨੇ, ਤਿਵੇਂ ਸਾਰਾ ਕੁਝ ਜੋੜ ਜਾੜ ਕੇ ਇਸ ਦੁਨੀਆ ਦੇ ਟੇਬਲ ਤੇ ਹੀ ਸਭ ਕੁਝ ਛੱਡ ਕੇ ਲੋਕ ਚਲੇ ਜਾਂਦੇ ਹਨ ਹਾਰ ਕੇ। ਭਾਜ ਪੜ੍ਹੋ ਤੁਮ ਹਰ ਸਰਣਾ। ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਪੱਟੀ ਲਿਖੀ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚ, ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਪੜ੍ਹਨੀ ਹੋਵੇ ਤਾਂ ਅੰਗ ਹੈ 432, ਉੱਥੋਂ ਪੜ੍ਹਿਆ ਕਰੋ।
ਜਨਮ ਸਾਖੀ ਦਾ ਅੰਗ ਹੈ 13। ਅੱਜ ਠੱਠੇ ਅੱਖਰ ਦੀ ਵਿਆਖਿਆ ਹੈ। ਠੱਠੈ ਠਾੜ ਵਰਤੀ ਤਿਨ ਅੰਤਰ, ਹਰ ਚਰਣੀ ਜਿਨ ਕਾ ਚਿਤ ਲਾਗਾ। ਠੱਠੇ ਅੱਖਰ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਹਨ, ਉਹਨਾਂ ਮਨਾਂ ਵਿੱਚ ਠੰਡ ਵਰਤ ਗਈ ਜਿਨ੍ਹਾਂ ਦਾ ਚਿੱਤ ਜਿਹੜਾ ਹੈ, ਆ ਜਿਹੜਾ ਮਨ ਵਿੱਚ ਹੈ, ਗੁਰੂ ਦੇ ਚਰਨਾਂ ਵਿੱਚ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲੱਗ ਗਿਆ, ਟਿਕ ਗਿਆ। ਉਹਨਾਂ ਨੂੰ ਠੰਡ ਮਹਿਸੂਸ ਹੁੰਦੀ ਹੈ। ਨਹੀਂ ਤਾਂ ਦੁਨੀਆ ਜਲੀ ਬਲੀ ਪਈ ਹੈ। ਕਾਮ ਕ੍ਰੋਧ ਜਲਿਆ ਸੰਸਾਰੇ, ਪੂਰਾ ਸੰਸਾਰ ਜਲਿਆ ਪਿਆ ਹੈ ਕਾਮ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ। ਠੱਠੇ ਅੱਖਰ ਦੁਆਰਾ, ਠੱਠਾ ਹੈ, ਫਿਰ ਠੱਠਾ ਹੈ, ਫਿਰ ਦੋ ਲਾਵਾਂ ਵੋਵਲਸ ਲੱਗੇ ਹੋਏ ਹਨ। ਠੱਠਾ ਠਾੜ ਵਰਤੀ, ਉਹਨਾਂ ਦੇ ਅੰਦਰ ਠੰਡ ਵਰਤਦੀ ਹੈ ਜਿਹੜੇ ਨਾਮ ਜਪਦੇ ਹਨ, ਸਤਨਾਮ ਸ੍ਰੀ ਵਾਹਿਗੁਰੂ, ਤੇ ਗੁਰੂ ਦੇ ਚਰਨਾਂ ਦਾ ਆਸਰਾ ਤੱਕਦੇ ਹਨ। ਕਿਉਂਕਿ ਬਾਕੀ ਆਸਰੇ ਸਾਰੇ ਟੈਂਪਰੇਰੀ ਹਨ, ਝੂਠੇ ਹਨ। ਇੱਕੋ ਇੱਕ ਆਸਰਾ ਹੈ ਵਾਹਿਗੁਰੂ ਜੀ ਦੇ ਨਾਮ ਦਾ, ਜਿਹੜਾ ਇੱਥੇ ਵੀ, ਹੀਅਰ ਆਫਟਰ, ਇਸ ਵਰਲਡ ਵਿੱਚ ਵੀ, ਤੇ ਜਿਹੜਾ ਅਗਲਾ ਵਰਲਡ ਹੈ ਦਰਗਾਹ, ਉੱਥੇ ਵੀ ਵਾਹਿਗੁਰੂ ਜੀ ਦਾ ਨਾਮ ਸਾਥ ਦਿੰਦਾ ਹੈ। ਜਿੱਥੇ ਮਾਂ ਨਾ ਪਿਓ, ਨਾ ਭੈਣ, ਨਾ ਭਰਾ, ਨਾ ਧੀ, ਨਾ ਪੁੱਤਰ, ਨਾ ਜਾਇਦਾਦਾਂ, ਨਾ ਸੋਨਾ, ਨਾ ਚਾਂਦੀ, ਨਾ ਜ਼ਮੀਨਾਂ, ਨਾ ਜਾਇਦਾਦਾਂ, ਜਿੱਥੇ ਪੁੱਤਰ ਕਲਤਰ ਕੋਈ ਬੇਲੀ ਨਹੀਂ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਮਾਨੂਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਵੀ ਨਹੀਂ, ਉੱਥੇ ਮਾਲਿਕ ਦਾ ਨਾਮ ਬਲ ਦੀ ਅੱਗ ਵਿੱਚ ਵੀ ਠੰਡ ਪਾਉਂਦਾ ਹੈ, ਤਤੀਆਂ ਤਵੀਆਂ ਤੇ ਵੀ ਸ਼ਾਂਤੀ ਬਖਸ਼ਿਸ਼ ਕਰਦਾ ਹੈ। ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ, ਨਾਨਕ ਮੰਗੈ। ਮੀਆਂ ਮੀਰ, ਮਾਲਿਕ ਦੇ ਹੁਕਮ ਵਿੱਚ ਰਹਿਣਾ ਜ਼ਰੂਰੀ ਹੈ। ਠੱਠੈ ਠਾੜ ਵਰਤੀ ਤਿਨ ਅੰਤਰ, ਹਰ ਚਰਣੀ ਜਿਨ ਕਾ ਚਿਤ ਲਾਗਾ। ਜਿਨ੍ਹਾਂ ਦਾ ਚਿੱਤ ਲੱਗ ਗਿਆ ਮਾਲਿਕ ਦੇ ਚਰਨਾਂ ਵਿੱਚ, ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ। ਅਨੰਦ ਕਰਹੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਜਿਹੜੇ ਚਿੱਤ ਲਾ ਲੈਂਦੇ ਹਨ, ਨਾਮ ਜਪਦੇ ਹਨ, ਮਨ ਤੇ ਚਿੱਤ ਨੂੰ ਇਕਾਗਰ ਕਰਕੇ ਤੇਰੇ ਜਨ ਤੇ ਆਵੇਂ ਹੈ, ਇੱਕ ਮਨ ਇੱਕ ਚਿੱਤ। ਚਿੱਤ ਲਾਗਾ ਜਿਨ੍ਹਾਂ ਦਾ ਚਿੱਤ ਲੱਗ ਗਿਆ ਵਾਹਿਗੁਰੂ ਜੀ ਦੇ ਚਰਨਾਂ ਨਾਲ, ਸੇਈ ਜਨ ਨਿਸਤਰੇ। ਉਹ ਜਨ, ਉਹ ਸੇਵਕ, ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ, ਪਾਰ ਲੰਘ ਜਾਂਦੇ ਹਨ ਇਸ ਦੁਨੀਆ ਤੋਂ, ਨਾਮ ਜਪਦੇ ਜਪਦੇ ਵਾਹਿਗੁਰੂ 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 ਆਖਦੇ ਆਖਦੇ ਅਡੋਲ ਲੰਘ ਜਾਂਦੇ ਹਨ ਇਸ ਦੁਨੀਆ ਦੇ ਭਵ ਸਾਗਰ ਵਿੱਚੋਂ। ਵਾਹਿਗੁਰੂ ਜੀ ਤੁਹਾਡੀ ਕਿਰਪਾ ਨਾਲ, ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਸਾਨੂੰ ਇੰਜ ਕਹਿਣਾ ਬਣਦਾ ਹੈ ਇਸ ਵੇਲੇ ਕਲਯੁਗ ਦੇ ਵਿੱਚ, ਕਿਉਂਕਿ ਸਾਨੂੰ ਸਿੱਖਿਆ ਦੇ ਰਹੇ ਹਨ। ਜੋ ਪੱਟੀ ਲਿਖੀ ਹੈ ਜਨਮ ਸਾਖੀ ਦੇ ਵਿੱਚ ਸਤਿਗੁਰਾਂ ਨੇ,
ਉਹ ਲਿਖੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਇੱਕ ਅੱਖਰ ਦੁਆਰਾ ਗਿਆਨ ਬਖਸ਼ਿਸ਼ ਕੀਤਾ ਹੈ। ਕੋਈ ਨਹੀਂ ਗਿਆਨ ਦੇਣ ਵਾਲਾ, ਗਿਆਨ ਅੰਜਨ ਗੁਰ ਦੀਆ। ਅੰਜਨ ਸੁਰਮਾ ਹੁੰਦਾ ਹੈ, ਕੱਜਲ, ਜਿਵੇਂ ਕੱਜਲ ਪਾਈ ਦੀ ਹੈ ਅੱਖਾਂ ਵਿੱਚ, ਸੁਰਮਾ ਪਾਈਦਾ ਹੈ, ਅੱਖਾਂ ਸੋਹਣੀਆਂ ਲੱਗਦੀਆਂ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਗਿਆਨ ਦਾ ਅੰਜਨ ਆ ਜਿਹੜੀਆਂ ਸਾਡੀਆਂ ਅੰਦਰਲੀਆਂ ਅੱਖਾਂ ਹਨ ਉਹਦੇ ਵਿੱਚ ਪਾ ਦਿੰਦੇ ਹਨ। ਸਾਡੀ ਨਜ਼ਰ ਤੇਜ਼ ਹੋ ਜਾਂਦੀ ਹੈ। ਅਸੀਂ ਫਿਰ ਜਪਦੇ ਹਾਂ, ਪੜ੍ਹਦੇ ਹਾਂ ਗੁਰਬਾਣੀ ਨੂੰ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਦਿਲ ਲਾ ਕੇ ਪੜ੍ਹਦੇ ਹਾਂ। ਅਕਾਲ ਪੁਰਖ ਵਾਹਿਗੁਰੂ ਜੀ ਵੱਲ ਧਿਆਨ ਧਰ ਕੇ ਸਤਿਗੁਰੂ ਜੀ ਫਰਮਾ ਰਹੇ ਹਨ, ਚਿਤ ਲਾਗਾ ਸਈ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਵਾਹਿਗੁਰੂ ਜੀ ਤੁਹਾਡੀ ਕਿਰਪਾ ਦੁਆਰਾ ਸੁਖ ਪਾਇਆ ਹੈ, ਸੁਖ ਮਿਲਿਆ ਹੈ। ਸਾਨੂੰ ਵੀ ਪੜ੍ਹ ਕੇ ਨਾਮ ਜਪਣਾ ਚਾਹੀਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਨੂੰ ਕਹਿਣਾ ਚਾਹੀਦਾ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਚਿਤ ਲਾਗਾ ਸਈ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਇਹ ਸਿੱਖਿਆ ਠੱਠੇ ਅੱਖਰ ਦੁਆਰਾ ਸਤਿਗੁਰਾਂ ਨੇ ਜੋ ਪੱਟੀ ਲਿਖੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹਨ 432, 432। ਪੜ੍ਹਿਆ ਕਰੋ। ਇੱਕ ਇੱਕ ਇਹ 35 ਅੱਖਰੀ ਦਾ ਗਿਆਨ ਜਿਹੜਾ ਹੈ ਜੋ ਸਤਿਗੁਰਾਂ ਨੇ ਪੱਟੀ ਲਿਖੀ ਹੈ, ਓੜਾ, ਐੜਾ, ਈੜੀ, ਐੜਾ ਸਾਰਿਆਂ ਤੋਂ ਅਖੀਰ ਵਿੱਚ ਆਵੇਗਾ, ਕਿਉਂਕਿ ਕੁਝ ਸ਼ਬਦ ਮਹਾਰਾਜ ਜੀ ਨੇ ਊੜਾ ਵੀ ਅਕਾਲ ਪੁਰਖ ਜੀ ਦੀ ਉਪਮਾ ਵਾਸਤੇ ਵਰਤਿਆ ਹੈ। ਈੜੀ ਆ ਜਿਹੜਾ ਸਰਗੁਣ ਸਰੂਪ ਦੁਨੀਆ ਹੈ, ਜਿਹਦੇ ਵਿੱਚ ਪਾਵਰ ਹੈ, ਤਾਕਤ ਹੈ, ਬਲ ਹੈ, ਕਿਉਂਕਿ ਦੁਨੀਆ ਦੇ ਕੋਲ ਆਪਣੀ ਤਾਕਤ, ਆਪਣੀ ਪਾਵਰ, ਆਪਣਾ ਬਲ ਤੇ ਹੈ ਨਹੀਂ। ਇਸਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਕਰਨ ਕਰਾਉਣ ਵਾਲੇ ਅਕਾਲ ਪੁਰਖ ਜੀ ਹਨ। ਈਵੜੀ ਆਦ ਪੁਰਖ ਹੈ ਸਾਚਾ। ਇਹ ਜਿਹੜੀ ਦੁਨੀਆ ਹੈ, ਇਹਦੇ ਵਿੱਚ ਜਿਹੜੀ ਸ਼ਕਤੀ ਵਰਤ ਰਹੀ ਹੈ ਸਰੀਰਾਂ ਵਿੱਚ, ਬਚਪਨ ਵਿੱਚ ਕੁਝ ਹੋਰ ਸ਼ਕਤੀ ਹੈ, ਜਵਾਨੀ ਵਿੱਚ ਕੁਝ ਹੋਰ ਸ਼ਕਤੀ ਹੈ, ਬੁਢਾਪੇ ਵਿੱਚ ਹੌਲੀ ਹੌਲੀ ਉਹ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਖੀਣ ਕਰ ਦਿੰਦੇ ਹਨ। ਕੱਪੜਾ ਪੁਰਾਣਾ ਹੋ ਜਾਂਦਾ ਹੈ, ਹੰਡ ਜਾਂਦਾ ਹੈ, ਹੰਡਿਆ ਹੋਇਆ ਕੱਪੜਾ ਪਾਟ ਹੀ ਜਾਂਦਾ ਹੈ, ਪੱਕੇ ਹੋਏ ਫਲ ਡਿੱਗ ਪੈਂਦੇ ਹਨ ਆਪਣੇ ਆਪ, ਭਾਵੇਂ ਕੋਈ ਤੋੜੇ ਭਾਵੇਂ ਕੋਈ ਨਾ ਤੋੜੇ, ਆਪਣੇ ਆਪ ਦਰਖਤਾਂ ਨਾਲੋਂ ਟੁੱਟ ਪੈਂਦੇ ਹਨ, ਡਿੱਗ ਪੈਂਦੇ ਹਨ। ਉਹੀ ਹਾਲ ਇਸ ਬੋਡੀ ਦਾ ਹੈ, ਇਸ ਤਨ ਦਾ ਹੈ। ਠੱਠੇ ਅੱਖਰ ਦੁਆਰਾ ਇਹ ਸਾਰੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਅੱਗੋਂ ਸਤਿਗੁਰਾਂ ਨੇ ਜਦੋਂ ਪੱਟੀ ਲਿਖੀ ਹੈ, ਡੱਡਾ, ਫਿਰ ਡੱਡਾ, ਫਿਰ ਉੱਤੇ ਦੋ ਲਾਵਾਂ ਲਾਈਆਂ ਹਨ, ਜਿਨ੍ਹਾਂ ਨੂੰ ਵਾਵਲ ਕਿਹਾ ਜਾਂਦਾ ਹੈ। ਡੱਡੇ ਡੰਫ ਕਰ ਹੋ ਕਿਆ ਪ੍ਰਾਣੀ। ਡੱਡੇ ਦੁਆਰਾ ਸਿੱਖਿਆ ਬਖਸ਼ਿਸ਼ ਕਰਦੇ ਹਨ, ਐ ਬੰਦਿਆ, ਐ ਮਨਾ, ਐ ਬੰਦੀ, ਐ ਮਾਨਸ, ਕਿਉਂ ਵਿਖਾਵਾ ਕਰਦਾ ਹੈ? ਕਿਉਂ ਝੂਠੀ ਚਤੁਰਾਈ ਕਰ ਕਰਕੇ ਦੁਨੀਆ ਨੂੰ ਦਿਖਾਉਂਦਾ ਹੈ? ਡੰਫ ਦਾ ਭਾਵ ਵਿਖਾਵਾ, ਦਿਖਾਵਾ। ਕਰੇ ਦੋਹ ਕਰਮ, ਮਾੜੇ ਕਰਮ ਕਰਦਾ ਹੈ, ਦਿਖਾਵੇ ਹੋਰ, ਦਿਖਾਉਂਦਾ ਹੋਰ ਹੈ। ਰਾਮ ਕੀ ਦਰਗਹਿ ਬਾਧਾ ਚੋਰ। ਜਦੋਂ ਰਾਮ ਦੀ ਵਾਹਿਗੁਰੂ ਦੀ ਦਰਗਾਹ ਵਿੱਚ ਜਾਵੇਗਾ, ਇਹ ਚੋਰ ਗਿਣਿਆ ਜਾਵੇਗਾ, ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ।
ਬੰਨ ਲਿਆ ਜਾਵੇਗਾ। ਡੱਡਾ ਅੱਖਰ ਸਮਝਾਉਂਦਾ ਹੈ, ਪੱਟੀ ਜ਼ਰੂਰ ਪੜਿਆ ਕਰੋ। 432 ਅੰਗ ਹੈ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਦਾਸ ਪੜ ਰਿਹਾ ਹੈ। ਜਨਮ ਸਾਖੀ ਭਾਈ ਬਾਲਾ ਜੀ ਵਾਲੀ। ਅੰਗ ਹੈ 13 ਪੇਜ। ਡੰਫ ਨਾ ਕਰੋ, ਵਿਖਾਵਾ ਨਾ ਕਰੋ। ਦਾਨ ਪੁੰਨ ਆਦ ਜੋ ਵੀ ਬੰਦਾ ਕਰਦਾ ਹੈ, ਨਾਮ ਵੀ ਕਈ ਵਾਰੀ ਦਿਖਾਵਾ ਦਿਖਾ ਕੇ ਕਰਦਾ ਹੈ। ਦੇਖਾ ਦੇਖੀ ਸਭ ਕਰੇ, ਇੰਜ ਨਹੀਂ। ਅੰਤਰ ਆਤਮਾ ਦੇ ਵਿੱਚ ਵਾਹਿਗੁਰੂ ਵਸਦੇ ਹਨ। ਅੰਤਰਾਤਮਾ ਵਿੱਚ ਆਪਣੇ ਅਕਾਲ ਪੁਰਖ ਜੀ ਨੂੰ ਦੇਖ। ਵਾਹਿਗੁਰੂ ਜੀ ਇਜ਼ ਇਨ ਦਾ ਸੋਲ। ਵਾਹਿਗੁਰੂ ਤੇਰੀ ਆਤਮਾ ਵਿੱਚ ਵਸਦੇ ਹਨ। ਆਤਮ ਮਹਿਰਾਮ। ਝਾਤ ਮਾਰਿਆ ਕਰ ਅੰਦਰ, ਕਿੱਧਰ ਭੱਜਾ ਫਿਰਦਾ ਹੈ। ਗੁਰਬਾਣੀ ਪੜਿਆ ਕਰ, ਗੁਰੂ ਘਰ ਜਾਇਆ ਕਰ, ਪੜਿਆ ਕਰ। ਰਾਮ ਕੀ ਦਰਗਹ ਹੈ। ਆਤਮ ਮਹਿਰਾਮ, ਖਿਮਾ ਕਰ ਦੇਣਾ। ਆਤਮ ਮਹਿਰਾਮ। ਵਾਹਿਗੁਰੂ ਜੀ, ਅਕਾਲ ਪੁਰਖ ਜੀ, God is in the soul। ਤੇਰੀ ਆਤਮਾ ਵਿੱਚ ਵਾਹਿਗੁਰੂ ਜੀ ਵਸ ਰਹੇ ਹਨ। ਆਤਮਾ ਤੇਰੀ ਕਹਿੰਦੀ ਹੈ ਆਹ ਕੰਮ ਨਹੀਂ ਕਰਨਾ। ਉਹ ਜੋ ਆਤਮਾ ਕਹਿੰਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਹੈ। ਜਦੋਂ ਦੇਹ ਨੂੰ, ਬੋਡੀ ਨੂੰ, ਸਰੀਰ ਨੂੰ, ਕਿਉਂਕਿ ਇਹਨੂੰ ਤੇ ਸੁੱਟ ਕੇ ਜਾਣਾ ਹੀ ਪੈਣਾ। ਦਮ ਨਿਕਲਦਿਆਂ ਹੀ ਇਹਨੂੰ ਲੋਕ ਸੁੱਟ ਦਿੰਦੇ ਨੇ, ਘਰ ਵੀ ਨਹੀਂ ਰੱਖਦੇ। ਕਾਢੋ ਕਾਢੋ ਹੋਈ। ਸੰਸਕਾਰ ਕਦੋਂ ਹੋਵੇਗਾ, ਤਰੀਕ ਮਿਲੀ ਕਿ ਨਹੀਂ ਮਿਲੀ, ਦੁਨੀਆ ਪੁੱਛਣ ਲੱਗ ਪੈਂਦੀ ਹੈ। ਕਦੋਂ ਹੋਵੇਗਾ ਦਾ ਸੰਸਕਾਰ, ਬਸ ਆਹ ਟੈਲੀਫੋਨਾਂ ਤੇ ਸੁਣਿਆ ਜਾਂਦਾ ਹੈ। ਨਾਮ ਹੀ ਕੋਈ ਨਹੀਂ ਲੈਂਦਾ ਬੋਡੀ ਦਾ ਸੰਸਕਾਰ ਕਦੋਂ ਹੋਣਾ। ਵੱਡੇ ਵੱਡੇ ਨਾਮ ਹੀ ਕੋਈ ਨਹੀਂ ਲੈਂਦਾ ਮੁੜ ਕੇ। ਜਿਉਂਦਿਆਂ ਦੇ ਮੇਲੇ ਹਨ। ਜਾਂ ਉੱਠੀ ਚਲਸੀ ਕੰਤੜਾ। ਤੇਰੇ ਟਰੂ ਹਸਬੈਂਡ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਵਿੱਚੋਂ ਚਲੇ ਗਏ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਤੈਨੂੰ ਕਿਸੇ ਨੇ ਪੁੱਛਣਾ। ਇਹ ਬੋਡੀ, ਇਹ ਦੇਹ, ਇਹ ਸਰੀਰ ਤੈਨੂੰ ਇੱਥੇ ਹੀ ਸੁੱਟ ਕੇ ਵਿੱਚੋਂ ਇਹ ਆਤਮਾ ਪਰਮਾਤਮਾ ਵਿੱਚ ਜਾ ਮਿਲੇਗੀ। ਵਾਹਿਗੁਰੂ ਜੀ ਇਜ਼ ਇਨ ਦਾ ਸੋਲ ਐਂਡ ਸੋਲ ਇਜ਼ ਇਨ ਦਾ ਵਾਹਿਗੁਰੂ ਜੀ। ਡੰਫ ਨਾ ਕਰੋ, ਵਿਖਾਵਾ ਨਾ ਕਰੋ। ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ। ਦਿਲੋਂ ਮਾਲਿਕ ਨਾਲ ਮੁਹੱਬਤ ਕਰੋ, ਵਾਹਿਗੁਰੂ ਜੀ ਨਾਲ, ਗੁਰੂ ਨਾਲ। ਬਿਨਾਂ ਗੁਰੂ ਤੋਂ ਰਾਹ ਨਹੀਂ ਲੱਭਣਾ ਤੇ ਗੁਰੂ ਬਾਹਰੋਂ ਨਹੀਂ ਲੱਭਣਾ। ਗੁਰੂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਲੋਕ ਬਾਹਰ ਤੁਰ ਪੈਂਦੇ ਹਨ, ਜਿਸ ਕਰਕੇ ਭਰਮ ਵਿੱਚ ਪੈ ਰਹਿੰਦੇ ਹਨ। ਜੇ ਗੁਰਬਾਣੀ ਪੜ੍ਹਨੀ ਆਉਂਦੀ ਹੈ ਤੇ ਪੜ੍ਹੋ, ਜੇ ਨਹੀਂ ਪੜ੍ਹਨੀ ਆਉਂਦੀ ਤਾਂ ਸੁਣੋ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਜੋ ਕੁਝ ਹੈ ਗੁਰਬਾਣੀ ਵਿੱਚ ਹੈ। ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਾਰ ਐਵਰ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਜ਼ ਫਾਰ ਐਵਰ ਆਫਟਰ ਮੀ। ਸਾਡੇ ਤੋਂ ਬਾਅਦ ਸ਼ਬਦ ਤੁਹਾਡਾ ਗੁਰੂ ਹੈ। ਸ਼ਬਦ ਤੁਹਾਡਾ ਗੁਰੂ ਹੈ। ਤੁਹਾਡੀ ਸੁਰਤ ਜਿਹੜੀ ਹੈ ਉਹ ਡਿਸਾਈਪਲ ਹੈ। ਸੁਰਤ ਧੁਨ ਚੇਲਾ। ਡੱਡੇ ਡੰਫ ਕਰੋ ਕਿਆ ਪ੍ਰਾਣੀ। ਪ੍ਰਾਣੀ ਆ ਜਿਹੜੇ ਬ੍ਰੈਥ ਸਵਾਸ ਆਉਂਦੇ ਹਨ। ਗੁਰਮੁਖੀ ਵਿੱਚ, ਗੁਰਬਾਣੀ ਵਿੱਚ ਪ੍ਰਾਣ ਕਹੀਦਾ ਹੈ, ਸਾਹ ਕਹੀਦਾ ਹੈ। ਜੋ ਕਿਛ ਹੋਆ ਸੋ ਸਭ ਚੱਲਣਾ। ਆ ਜੋ ਕੁਝ ਪੈਦਾ ਹੋਇਆ ਹੈ, ਜੋ ਕੁਝ ਵੀ ਨਜ਼ਰ ਆ ਰਿਹਾ ਹੈ,
ਇਹ ਚੱਲਣਾ ਹੀ ਚੱਲਣਾ ਹੈ। ਸੂਰਜ ਚੜ੍ਹਿਆ ਹੈ, ਇਹਨੇ ਛਿਪਣਾ ਹੀ ਛਿਪਣਾ ਹੈ। ਜ਼ਿੰਦਗੀ ਮਿਲੀ ਹੈ, ਇਹ ਗਵਾਚਣੀ ਹੀ ਗਵਾਚਣੀ ਹੈ। ਇਹ ਦੇਹ ਮਿਲੀ ਹੈ, ਇੱਥੇ ਸੁੱਟ ਕੇ ਜਾਣੀ ਹੀ ਜਾਣੀ ਹੈ। ਇਹ ਕੋਈ ਪਤਾ ਨਹੀਂ ਕਿਹੜੀ ਥਾਂ ਸੁੱਟਣੀ ਹੈ, ਕਿਹੜੇ ਸ਼ਹਿਰ ਵਿੱਚ ਸੁੱਟਣੀ ਹੈ, ਇਹ ਕੋਈ ਕਿਸੇ ਨੂੰ ਪਤਾ ਨਹੀਂ। ਨਾਮ ਜਪ ਲਓ, ਸਤਨਾਮ ਸ੍ਰੀ ਵਾਹਿਗੁਰੂ। ਵਿਖਾਵਾ ਨਾ ਕਰੋ। ਡੱਡਾ ਅੱਖਰ ਜਿਹੜਾ ਹੈ, ਡੱਡੇ ਦੁਆਰਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ। ਡੱਡਾ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ। ਜੋ ਕੁਝ ਵੀ ਹੋਇਆ ਹੈ ਪੈਦਾ, ਪਰਿਵਾਰ ਵੱਡੇ ਵੱਡੇ ਹੋ ਗਏ ਹਨ, ਸੰਸਾਰ ਵਿੱਚ ਵੱਡੇ ਵੱਡੇ ਜੋ ਵੀ ਵੱਡੀਆਂ ਵੱਡੀਆਂ ਪਦਾਰਥ ਰੂਪੀ ਚੀਜ਼ਾਂ ਨਜ਼ਰ ਆ ਰਹੀਆਂ ਹਨ, ਸਭ ਨੇ ਚੱਲਣਾ ਹੈ। ਬਚਪਨ ਵੀ ਚੱਲ ਗਿਆ, ਜਵਾਨੀ ਵੀ ਚੱਲ ਗਈ, ਬੁਢੇਪਾ ਵੀ ਚੱਲ ਰਿਹਾ ਹੈ, ਕੰਢੇ ਤੇ ਆ ਗਿਆ ਹੈ। ਕੰਧੀ ਉੱਤੇ ਰੁਖੜਾ, ਕਿਚਰਕ ਬੰਨੈ ਧੀਰ, ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ। ਪਾਣੀ ਵਗਦਾ ਹੋਵੇ, ਉਹਦੇ ਕੰਢੇ ਤੇ ਕੋਈ ਬੂਟਾ ਹੋਵੇ, ਉਹਦੀ ਕੋਈ ਮੁਨਿਆਦ ਨਹੀਂ ਹੁੰਦੀ, ਕਿਹੜੇ ਵੇਲੇ ਵੀ ਡਿੱਗ ਸਕਦਾ ਹੈ, ਕਿਉਂਕਿ ਥਾਂ ਕੱਚੀ ਹੈ। ਬੁਢੇਪਾ ਵੀ ਕੱਚਾ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਢਹਿ ਪਵੇ, ਡਿੱਗ ਪਵੇ। ਫਲ ਪੱਕੇ ਡਿੱਗ ਪੈਂਦੇ ਹਨ। ਡੱਡਾ ਅੱਖਰ ਦੁਆਰਾ ਸਤਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ। ਤਿਸੈ ਸਰੇ ਵਹੋ, ਉਸ ਵਾਹਿਗੁਰੂ ਜੀ ਨੂੰ ਯਾਦ ਕਰੋ, ਹੁਕਮ ਵਿੱਚ ਰਹੋ, ਵਿਥ ਨਾ ਪਾਓ, ਦੂਰੀ ਨਾ ਕਰੋ ਮਾਲਿਕ ਨਾਲੋਂ। ਤਾ ਸੁਖ ਪਾਵੋ, ਤਾਂ ਮਨ ਨੂੰ ਸੁਖ ਮਿਲੇਗਾ, ਤਨ ਨੂੰ ਸੁਖ ਮਿਲੇਗਾ। ਸਰਬ ਨਿਰੰਤਰ ਰਵ ਰਹਿਆ, ਜਿਹੜੇ ਵਾਹਿਗੁਰੂ ਜੀ ਸਾਰਿਆਂ ਦੇ ਵਿੱਚ ਐਵਰੀਵੇਅਰ, ਸਾਰੇ ਪਾਸੇ ਰਵ ਰਹੇ ਹਨ, ਰਹਿ ਰਹੇ ਹਨ। ਸਾਰਿਆਂ ਜੀਆਂ ਦੇ ਵਿੱਚ ਵੀ ਆਤਮਾ ਰੂਪ ਹੋ ਕੇ ਰਹਿ ਰਹੇ ਹਨ। ਕਹੋ ਕਬੀਰ ਰਾਮ ਕੀ ਅੰਸ਼। ਵਾਹਿਗੁਰੂ ਜੀ is in the soul and soul is in the ਵਾਹਿਗੁਰੂ ਜੀ। ਉਹਨਾਂ ਵਿੱਚ ਹੀ ਜਾ ਕੇ ਵਸਣਾ ਪੈਣਾ ਹੈ, ਪਰ ਵਸਾਂਗੇ ਤਾਂ ਜੇ ਵਿਥ ਨਹੀਂ ਪਾਵਾਂਗੇ। ਪਤੀ ਪਤਨੀ ਵਿੱਚ ਵਿਥ ਹੋ ਜਾਵੇ, ਵਖਰੇਵਾਂ ਆ ਜਾਂਦਾ ਹੈ ਦੁਨੀਆ ਵਿੱਚ, ਬਰਬਾਦੀ ਹੋ ਜਾਂਦੀ ਹੈ। ਇਸ ਮਨ ਦੀ ਵਿਥ ਪੈ ਜਾਵੇ ਵਾਹਿਗੁਰੂ ਜੀ ਨਾਲੋਂ, ਬੋਲ ਚਾਲ ਨਾ ਰਹਿ ਜਾਵੇ ਅਕਾਲ ਪੁਰਖ ਜੀ ਨਾਲ, ਗੁਰਬਾਣੀ ਪੜ੍ਹਨੀ ਛੱਡ ਦੇਵੇ, ਨਾਮ ਜਪਣਾ ਛੱਡ ਦੇਵੇ। ਇਹ ਬੋਲਣਾ ਚਾਲਣਾ ਹੈ, ਗੁਰੂ ਦੀ ਬਾਣੀ ਪੜ੍ਹਨੀ, ਗੁਰੂ ਦੀ ਬਾਣੀ ਸੁਣਨੀ। ਇੱਕ ਘਰ ਵਿੱਚ ਰਹਿੰਦਿਆਂ ਬੋਲ ਚਾਲ ਬੰਦ ਹੋ ਜਾਣ ਤਾਂ ਵਿਥਾਂ ਪੈ ਜਾਂਦੀਆਂ ਹਨ, ਵਿਛੋੜੇ ਪੈ ਜਾਂਦੇ ਹਨ। ਡੱਡਾ ਅੱਖਰ ਦੁਆਰਾ ਦਾਤਾਰ ਪਾਤਸ਼ਾਹ ਜੀ ਫਰਮਾ ਰਹੇ ਹਨ, ਵਿਥ ਨਾ ਪਵੇ, ਨਾਮ ਜਪੋ, ਸਿਮਰਨ ਕਰੋ, ਬੰਦਗੀ ਕਰੋ। ਅੱਜ ਦੀ ਕਥਾ ਇੱਥੋਂ ਤੱਕ ਹੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਕੀਤੀ ਹੋਈ ਕਥਾ ਸਤਿਗੁਰੂ ਜੀ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ। ਸੰਗਤ ਗੁਰੂ ਦਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਤਿਗੁਰੂ ਜੀ ਬਖਸ਼ ਦੇਣਾ, ਸਾਧ ਸੰਗਤ ਜੀ ਬਖਸ਼ ਦੇਣਾ, ਤੁਸੀਂ ਰੱਬ ਦਾ ਰੂਪ ਹੋ, ਗੁਰੂ ਦਾ ਰੂਪ ਹੋ। ਕਈ ਅੱਖਰ ਵੱਧ ਘੱਟ ਪੜ੍ਹੇ ਜਾਂਦੇ ਹਨ, ਤੁਕ ਲਾ ਕੰਨਾ, ਗੁਰਬਾਣੀ ਦਾ ਅੱਗੇ ਪਿੱਛੇ ਪੜ੍ਹਿਆ ਜਾਂਦਾ ਹੈ।
ਬਖਸ਼ ਦੇਣਾ, ਬਖਸ਼ ਦੇਣਾ, ਬਖਸ਼ ਦੇਣਾ। ਇਹ ਜੋ ਅੱਖਰ ਡੱਡੈ ਡੰਫ ਕਰਹੁ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ, ਤਿਸਹਿ ਸਰੇ ਵਹੁ ਤਾ ਸੁਖ ਪਾਵਹੁ, ਸਰਬ ਨਿਰੰਤਰ ਰਵ ਰਹਿਆ। ਇਹ ਸਿੱਖਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜੋ ਪੱਟੀ ਲਿਖੀ ਹੈ ਸਤਿਗੁਰਾਂ ਨੇ, ਅੱਖਰਾਂ ਦੁਆਰਾ ਸਾਡੇ ਵਾਸਤੇ ਗਿਆਨ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਵੀ ਸਾਰੀ ਅੱਖਰਾਂ ਦੁਆਰਾ ਹੈ। ਅੱਖਰੀ ਨਾਮ, ਨਾਮ ਜਪੋ, ਸਰਗੁਣ ਸਰੂਪ ਵਿੱਚ ਉਸ ਨੂੰ ਵੀ ਅੱਖਰ ਸਤਿਗੁਰਾਂ ਨੇ ਲਾ ਦਿੱਤੇ ਹਨ। ਸਿਫਤ ਸਲਾਹ ਗੁਰਬਾਣੀ ਰਾਹੀਂ ਜੋ ਕੀਤੀ ਜਾਂਦੀ ਹੈ, ਉਹ ਵੀ ਗੁਰਬਾਣੀ ਜਦੋਂ ਪੜ੍ਹਦੇ ਹਾਂ ਅੱਖਰਾਂ ਦੁਆਰਾ ਪੜ੍ਹਦੇ ਹਾਂ। ਅੱਖਰੀ ਨਾਮ, ਅੱਖਰੀ ਸਲਾਹ। ਅੱਗੋਂ ਜੇ ਗੁਰੂ ਕਿਰਪਾ ਕਰਨਗੇ ਢੱਡਾ ਅੱਖਰ ਆਵੇਗਾ, ਤੱਤਾ ਅੱਖਰ ਆਵੇਗਾ। ਉਹ ਕਥਾ ਕਰਾਂਗੇ ਪੱਟੀ ਲਿਖੀ ਵਿੱਚੋਂ। ਜਿਨ੍ਹਾਂ ਨੂੰ ਪਿਆਰ ਹੈ, ਪਿਆਰਿਓ, ਜਿਹੜੇ ਗੁਰੂ ਦੇ ਪਿਆਰੇ ਹਨ, ਗੁਰੂ ਨਾਨਕ ਸਾਹਿਬ ਜੀ ਦੇ ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਦੇ, ਜਿਨ੍ਹਾਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।